ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਲਾਮ ਨਮਸਤੇ ਆਦਾਬ ਮੈਂ ਲਖਵਿੰਦਰ ਸਿੰਘ ਲੱਖ। ਸੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਇਟਾਲੀਅਨ ਭਾਸ਼ਾ ਦੇ ਉੱਪਰ। ਸੋ ਸਾਡੇ ਨਾਲ ਹੈਗੇ ਨੇ ਪ੍ਰੋਫੈਸਰ ਜਸਬੀਰ ਕੌਰ। Hello everyone, it's research scholar and Professor Jasveer. ਸੋ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਆਪਣੇ ਕਾਫੀ ਵੀਰਾਂ ਭੈਣਾਂ ਨੂੰ ਇਟਾਲੀਅਨ ਭਾਸ਼ਾ ਦੇ ਵਿੱਚ ਪ੍ਰੋਬਲਮ ਆਉਂਦੀ ਆ। ਸੋ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਜੋ ਆਪਾਂ ਲਾਇਸੈਂਸ ਦੇ ਉੱਪਰ ਪਹਿਲਾਂ ਤਾਂ ਕਾਫੀ ਟਾਈਮ ਤੋਂ ਆਪਾਂ ਨਵੀਂ ਤੋਂ ਨਵੀਂ ਚੀਜ਼ ਸਿਖਾਉਣ ਵਾਸਤੇ ਵੀ ਤੁਹਾਡਾ ਜਿਹਦੇ ਨਾਲ ਕਿ ਲਾਇਸੈਂਸ ਦਾ ਕੰਮ ਕਰਨਾ ਸੌਖਾ ਹੋ ਸਕੇ ਉਹ ਲੈ ਕੇ ਆਉਂਦੇ ਪਏ ਸੀਗੇ। ਲੇਕਿਨ ਹਾਂ ਇੱਕ ਤੁਹਾਡੇ ਲਈ ਨਵੀਂ ਚੀਜ਼ ਜੋ ਆਪਾਂ ਲੈ ਕੇ ਆ ਰਹੇ ਹਾਂ ਇਟਾਲੀਅਨ ਭਾਸ਼ਾ ਦੇ ਉੱਪਰ ਕਾਫੀ ਵੀਰਾਂ ਭੈਣਾਂ ਨੂੰ ਬੋਲੀ ਦੇ ਵਿੱਚ ਹੀ ਪ੍ਰੋਬਲਮ ਆਉਂਦੀ ਹੈ। ਸੋ ਕਰਦੇ ਹਾਂ ਜੀ ਸ਼ੁਰੂ। ਜਿੱਦਾਂ ਹੁਣ ਲਗਾ ਲੈਂਦੇ ਹਾਂ ਵੀ ਆਮ ਤੌਰ 'ਤੇ ਜਿਹੜੇ ਲਫ਼ਜ਼ ਜ਼ਿਆਦਾ ਵਰਤੇ ਜਾਂਦੇ ਨੇ ਮੈਂ, ਤੂੰ, ਤੁਹਾਡਾ, ਤੇਰਾ, ਮੇਰਾ, ਸਾਡਾ, ਅਸੀਂ, ਤੁਸੀਂ, ਉਹ। ਸੋ ਆਪਾਂ ਅੱਜ ਸ਼ੁਰੂ ਕਰਾਂਗੇ ਇਹਨਾਂ ਦੇ ਉੱਪਰ ਹੀ ਇਟਾਲੀਅਨ ਭਾਸ਼ਾ ਦੇ ਉੱਪਰ ਗੱਲ ਜੋ ਕਿ ਤੁਹਾਨੂੰ ਐਕਸਪਲੇਨ ਕੀਤੀ ਜਾਵੇਗੀ ਪੰਜਾਬੀ ਅਤੇ ਇੰਗਲਿਸ਼ ਦੇ ਵਿੱਚ, ਖਾਸ ਤੌਰ 'ਤੇ ਉਹਨਾਂ ਦੀਆਂ ਉਦਾਹਰਨਾਂ ਦੇ ਕੇ। ਜਦੋਂ ਕਿ ਲਗਾ ਲੈਂਦੇ ਹਾਂ ਆਪਾਂ ਈਓ ਕੀ ਹੁੰਦਾ ਆ। ਈਓ ਕਹਿੰਦੇ ਨੇ ਮੈਂ। ਈਓ ਮਤਲਬ ਮੈਂ। ਇਹਨਾਂ ਦੇ ਉੱਪਰ ਉਦਾਹਰਨਾਂ ਵੀ ਮਿਲਣਗੀਆਂ। ਉਦਾਹਰਨ ਕਿੱਦਾਂ ਬਣਾ ਸਕਦੇ ਹਾਂ ਆਪਾਂ, ਜਿਵੇਂ ਕਿ ਜਦੋਂ ਸਾਨੂੰ ਕੋਈ ਪੁੱਛਦਾ ਵੀ ਤੂੰ ਕੌਣ ਆ, ਤੇ ਆਪਾਂ ਸਾਰਿਆਂ ਨਾਲ ਪਹਿਲਾਂ ਜੋ ਚੀਜ਼ ਕਹਿਣੀ ਹੁੰਦੀ ਆਪਾਂ ਇਹ ਵੀ ਕਹਿ ਸਕਦੇ ਹਾਂ ਈਓ ਸੋਨੋ। ਸੋਨੋ ਮਤਲਬ ਮੈਂ, ਈਓ ਮੈਂ, ਸੋਨੋ। ਜਦੋਂ ਆਪਾਂ ਡਾਇਰੈਕਟ ਨਹੀਂ ਨਾ ਕਹਿ ਸਕਦੇ ਕਿ ਈਓ ਲੱਖ, ਡਾਇਰੈਕਟ ਨਹੀਂ ਬੋਲਿਆ ਜਾਵੇਗਾ। ਆਪਾਂ ਬੋਲਾਂਗੇ ਈਓ ਸੋਨੋ ਲੱਖ, ਮੈਂ ਲੱਖ ਆ। ਜਿੱਦਾਂ ਕਿ ਮੈਂ ਹਾਂ, ਮੇਰਾ ਨਾਮ ਲੱਖ ਆ। ਆਪਾਂ ਇਹ ਨਹੀਂ ਹੈਗਾ ਕਿ ਆਪਾਂ ਆਪਣਾ ਨਾਮ ਦੱਸ ਰਹੇ ਹਾਂ, ਆਪਾਂ ਨੂੰ ਦੱਸ ਰਹੇ ਹਾਂ ਵੀ ਮੈਂ ਲੱਖ ਆ। ਤੇ ਇੰਗਲਿਸ਼ ਭਾਸ਼ਾ ਵਿੱਚ ਕਿੱਦਾਂ ਬੋਲਿਆ ਜਾਵੇਗਾ, ਜਿਵੇਂ ਕਿ Okay, perfectly, as we are just going to talk about EO, like I am or me. For example, if I will say, I will definitely say that I'm just weird. If someone just questioned me. Yes. ਤੇ ਜਦੋਂ ਆਪਾਂ ਨੂੰ ਕੋਈ ਪੁੱਛਦਾ ਆ ਨਾ ਵੀ ਕਿਸ ਤਰੀਕੇ ਤਰ੍ਹਾਂ ਪੁੱਛਦਾ ਆ, ਸਾਹਮਣੇ ਵਾਲਾ ਬੰਦਾ ਸਾਨੂੰ ਤੂੰ ਲਗਾ ਕੇ ਪੁੱਛਦਾ ਆ, ਤੂੰ ਕੀ ਸਹੀ, ਤੂੰ ਕੌਣ ਆ, ਤੇ ਆਪਾਂ ਉਸਦਾ ਜਵਾਬ ਈਓ ਦੇ ਨਾਲ ਦੇਵਾਂਗੇ। ਜਿੱਦਾਂ ਪਹਿਲਾਂ ਵੀ ਦੱਸ ਕੇ ਹਟੇ ਆਪਾਂ ਤੁਹਾਨੂੰ, ਈਓ ਸੋਨੋ ਲੱਖ, ਮੈਂ ਲੱਖ ਆ। ਅਗਰ ਤੁਸੀਂ ਕੋਈ ਵੀ ਹੈਗੇ ਹੋ, ਤੁਸੀਂ ਇੰਡੀਅਨ ਹੋ, ਈਓ ਸੋਨੋ ਇੰਡੀਅਨ, ਵੀ ਮੈਂ ਇੰਡੀਅਨ ਆ, ਮੈਂ ਇੱਕ ਸਟੂਡੈਂਟ ਆ। ਕੋਈ ਵੀ ਚੀਜ਼ ਆਪਾਂ ਈਓ ਉਦੋਂ ਯੂਜ਼ ਕੀਤਾ ਜਾਂਦਾ ਜਦੋਂ ਆਪਾਂ ਮੈਂ ਦੀ ਗੱਲ ਕਰਨੀ ਹੋਵੇ। ਮੈਂ ਹਾਂ, ਮੈਂ ਹੈਗਾ ਆ ਲੱਖ, ਇਹਦਾ ਮਤਲਬ ਮੇਰਾ ਨਾਮ ਆ। ਪਰ ਆਪਾਂ ਨਾਮ ਦੇ ਨਾਲ ਆਪਾਂ ਇਸ ਤਰੀਕੇ ਤਰ੍ਹਾਂ ਯੂਜ਼ ਕੀਤਾ ਜਾ ਸਕਦਾ ਈਓ ਲੱਖ। ਸੋ ਜਦੋਂ ਆਪਾਂ ਨੂੰ ਤੂੰ ਕੀ ਸਹੀ ਦਾ ਪੁੱਛਿਆ ਜਾਂਦਾ ਵੀ ਤੁਸੀਂ ਕੌਣ ਹੋ, ਤੇ ਆਪਾਂ ਉਸ ਨੂੰ ਕਿਸ ਤਰੀਕੇ ਤਰ੍ਹਾਂ ਬੋਲਾਂਗੇ, ਈਓ ਸੋਨੋ ਲੱਖ, ਈਓ ਸੋਨੋ ਇੰਡੀਆਨੋ। ਸੋ ਉਸੇ ਤਰੀਕੇ ਤਰ੍ਹਾਂ ਇੰਗਲਿਸ਼ ਦੇ ਵਿੱਚ ਕੀ ਬੋਲਿਆ ਜਾਵੇਗਾ, ਪਲੀਜ਼ ਜਸਬੀਰ ਕੌਰ। Yes, if there is a word too, it means you in English. And definitely, if we are going to question someone that who are you, we are just able to relate that answer with io sono, Jasveer, I am Jasveer, I am an Indian. ਸੋ ਉਸੇ ਹੀ ਤਰੀਕੇ ਤਰ੍ਹਾਂ ਨਾ ਵੀ ਆਪਾਂ ਜਦੋਂ ਵੀ ਯੂਜ਼ ਕਰਦੇ ਹਾਂ, ਸੋ ਈਓ ਦੇ ਨਾਲ ਡਾਇਰੈਕਟ ਨਹੀਂ ਕਹਿ ਦਿੰਦੇ ਆਪਾਂ ਵੀ ਈਓ ਮੈਂ ਲੱਖ, ਨੋ। ਖਾਸ ਤੌਰ ਤੇ ਈਓ ਸੋਨੋ, ਜੋ ਵੀ ਆਪਾਂ ਹੈਗੇ ਆ ਉਹ ਨਾਮ, ਉਹ ਵਰਡ ਉਹ ਯੂਜ਼ ਕਰਦੇ ਹਾਂ। ਸੋ ਅੱਗੇ ਗੱਲ ਕਰਦੇ ਹਾਂ ਆਪਾਂ ਲੂਈ ਦੇ ਬਾਰੇ। ਲੂਈ ਕੌਣ ਹੁੰਦਾ ਆ, ਜਾਂ ਏਲੀ ਕਿਸ ਨੂੰ ਕਹਿੰਦੇ ਨੇ। ਜਦੋਂ ਇੱਕ ਤੀਜੇ ਬੰਦੇ ਦੀ ਗੱਲ ਕਰਨੀ ਹੋਵੇ ਨਾ, ਥਰਡ ਪਰਸਨ ਦੀ, ਤੇ ਗੱਲ ਕੀਤੀ ਜਾਂਦੀ ਹੈ ਏਲੀ ਜਾਂ ਲੂਈ ਦੇ ਨਾਲ। ਲੂਈ ਜਿਹੜਾ ਸ਼ਬਦ ਆ ਨਾ, ਲੂਈ ਆਪਾਂ ਮੇਲ ਦੇ ਲਈ ਵਰਤਦੇ ਹਾਂ, ਜਾਨੀ ਕਿ ਇੱਕ ਬੰਦੇ ਦੇ ਲਈ ਵਰਤਦੇ ਹਾਂ, ਉਹ ਵੀ ਥਰਡ ਬੰਦਾ। ਜਦੋਂ ਦੋ ਬੰਦੇ ਆਪਸ ਦੇ ਵਿੱਚ ਗੱਲ ਕਰ ਰਹੇ ਨੇ, ਉਹਨਾਂ ਨੇ ਤੀਜੇ ਬੰਦੇ ਦੇ ਬਾਰੇ ਗੱਲ ਕਰਨੀ ਹੋਵੇ, ਸੋ ਇਹ ਆਪਸ ਦੇ ਵਿੱਚ ਗੱਲ ਕਰਦੇ ਪਏ ਨੇ, ਕਨਵਰਸੇਸ਼ਨ ਚੱਲ ਰਹੀ ਇਹਨਾਂ ਦੀ ਆਪਸ 'ਚ, ਠੀਕ ਹੈ ਜੀ।
ਸੋ ਇਹਨਾਂ ਨੇ ਇਸ ਬੰਦੇ ਦੇ ਬਾਰੇ ਗੱਲ ਕਰਨੀ ਹੈ। ਸੋ ਇਹ ਦੋਨੇ ਆਪਸ ਦੇ ਵਿੱਚ ਗੱਲ ਕਰ ਰਹੇ ਨੇ, ਲੇਕਿਨ ਇਹ ਦੋਨੋਂ ਇਸ ਦੇ ਬਾਰੇ ਗੱਲ ਕਰ ਰਹੇ ਨੇ। ਠੀਕ ਹੈ ਜੀ, ਓਕੇ। ਇਹ ਲੱਖ ਆ, ਇਹ ਜਸਬੀਰ ਆ। ਸੋ ਜਦੋਂ ਵੀ ਜਸਬੀਰ ਤੇ ਲੱਖ, ਜਦੋਂ ਕਿ ਆਪਾਂ ਇਸ ਟਾਈਮ ਦੋ ਜਿਨੇ ਹੈਗੇ ਆ, ਤੇ ਆਪਾਂ ਤੀਜੇ ਜਿਨੇ ਵਾਸਤੇ ਗੱਲ ਕਰਨੀ ਹੈ। ਤੀਜੇ ਜਿਨੇ ਦਾ ਨਾਮ ਆਪਾਂ ਕੁਝ ਵੀ ਰੱਖ ਲੈਣੇ ਵੀ ਤੀਜਾ ਜਿਨਾ ਜੋ ਵੀ ਹੈ ਉਸ ਦੇ ਬਾਰੇ ਆਪਾਂ ਗੱਲ ਕਰਨੀ ਹੈ। ਸੋ ਅਗਰ ਉਹ ਮੇਲ ਆ ਨਾ ਤੇ ਉਹਨੂੰ ਆਪਾਂ ਲੂਈ ਜਾਂ ਏਲੀ ਕਹਿ ਕੇ ਬੁਲਾਵਾਂਗੇ। ਲੂਈ ਜਾਂ ਏਲੀ ਕਹਿ ਕੇ ਬੁਲਾਵਾਂਗੇ ਜਦੋਂ ਦੋ ਜਿਨੇ ਆਪਸ ਦੇ ਵਿੱਚ ਗੱਲ ਕਰ ਰਹੇ ਹੁੰਦੇ ਨੇ ਤੇ ਤੀਜੇ ਬੰਦੇ ਦੇ ਬਾਰੇ ਗੱਲ ਕਰਨੀ ਹੋਵੇ, ਉਸ ਟਾਈਮ ਲੂਈ ਲਗਾਇਆ ਜਾਂਦਾ ਆ। ਜ਼ਿਆਦਾਤਰ ਲੂਈ ਹੀ ਯੂਜ਼ ਕੀਤਾ ਜਾਂਦਾ ਹੈ ਇਟਾਲੀਅਨ ਭਾਸ਼ਾ ਦੇ ਵਿੱਚ। ਏਲੀ ਬਹੁਤ ਘੱਟ ਯੂਜ਼ ਕੀਤਾ ਜਾਂਦਾ, ਜ਼ਿਆਦਾਤਰ ਯੂਜ਼ ਕੀਤਾ ਜਾਂਦਾ ਆ ਲੂਈ। ਹੁਣ ਜਦੋਂ ਆਪਾਂ ਗੱਲ ਕਰਨੀ ਹੋਏ ਲੂਈ ਦੇ ਬਾਰੇ ਤੇ ਆਪਾਂ ਉਹਨੂੰ ਕਹਾਂਗੇ ਲੂਈ। ਕੋਈ ਵੀ ਚੀਜ਼ ਹੋ ਸਕਦੀ ਹੈ ਲੂਈ ਦੇ ਬਾਰੇ। ਸੋ ਉਸੇ ਤਰੀਕੇ ਤਰ੍ਹਾਂ ਇੰਗਲਿਸ਼ ਭਾਸ਼ਾ ਦੇ ਵਿੱਚ ਕਿਸ ਤਰੀਕੇ ਤਰ੍ਹਾਂ ਯੂਜ਼ ਕੀਤੇ ਜਾਣਗੇ ਲੂਈ ਨੂੰ। Okay, mainly Louis we just use for the male identity or for the third person. And the question we are just able to say to someone that who is he? ਸੋ ਆਪਾਂ ਹੁਣ ਬਣਾਉਂਦੇ ਹਾਂ ਲੂਈ ਦੇ ਉੱਪਰ ਇੱਕ ਉਦਾਹਰਨ। ਜਦੋਂ ਆਪਾਂ ਗੱਲ ਕਰਨੀ ਹੋਵੇ ਵੀ ਉਹ ਕੌਣ ਹੈ, ਮੈਂ ਤੇ ਪ੍ਰੋਫੈਸਰ ਜਸਬੀਰ ਦੋਨੇ ਆਪਸ ਦੇ ਵਿੱਚ ਗੱਲ ਕਰ ਰਹੇ ਹਾਂ ਤੇ ਕਹਿਣਾ ਹੋਵੇ ਲੂਈ ਕੀ ਹੈ। ਲੂਈ ਕੀ ਹੈ ਵੀ ਉਹ ਕੌਣ ਹੈ, ਤੇ ਆਪਾਂ ਨੂੰ ਜਵਾਬ ਕਿਸਨੇ ਦੇਣਾ ਆ? ਜਸਬੀਰ ਨੇ, ਜਾਨੀ ਕਿ ਸਾਹਮਣੇ ਵਾਲੇ ਬੰਦੇ ਨੇ ਜਵਾਬ ਦੇਣਾ ਹੈ। ਅਗਰ ਤਾਂ ਜਸਬੀਰ ਕੌਰ ਨੂੰ ਪਤਾ ਹੈ ਵੀ ਉਹ ਕੌਣ ਆ ਤੇ ਉਹ ਜਵਾਬ ਕਿਸ ਤਰੀਕੇ ਤਰ੍ਹਾਂ ਦੇਣਗੇ? ਲੂਈ ਐ, ਲੂਈ ਐ ਕਹਿ ਸਕਦੇ ਹਾਂ ਵੀ ਉਹ ਮੇਰਾ ਬ੍ਰਦਰ ਹੈ। ਲੂਈ ਐ ਮੀਓ ਫਰਾਤੈਲੋ, ਵੀ ਉਹ ਮੇਰਾ ਬ੍ਰਦਰ ਆ। ਜਾਨੀ ਕਿ ਅਗਰ ਮੈਂ ਤੇ ਜਸਬੀਰ ਕੌਰ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਤੇ ਤੀਜੇ ਬੰਦੇ ਦੇ ਬਾਰੇ ਗੱਲ ਕਰਨੀ ਹੋਵੇ ਵੀ ਤੀਜਾ ਬੰਦਾ ਕੌਣ ਹੈ, ਤੇ ਆਪਾਂ ਕਹਾਂਗੇ ਵੀ ਲੂਈ ਕੀ ਹੈ, ਵੀ ਉਹ ਕੌਣ ਹੈ। ਲੂਈ ਮਤਲਬ ਹੋ ਗਿਆ ਉਹ, ਕੀ ਮਤਲਬ ਹੋ ਗਿਆ ਕੌਣ, ਐ ਹੈਗਾ ਆ। ਤੇ ਉਹ ਆਪਾਂ ਨੂੰ ਜਵਾਬ ਕਿਸ ਤਰੀਕੇ ਤਰ੍ਹਾਂ ਦੇਵੇਗੀ? ਜਸਬੀਰ ਕੌਰ ਲੂਈ ਐ ਮੀਓ ਫਰਤੈਲੋ, ਵੀ ਉਹ ਮੇਰਾ ਬ੍ਰਦਰ ਆ। ਸੋ ਇਸੇ ਹੀ ਤਰੀਕੇ ਤਰ੍ਹਾਂ ਇੰਗਲਿਸ਼ ਦੇ ਵਿੱਚ ਵੀ ਆਪਾਂ ਯੂਜ਼ ਜਿਸ ਤਰੀਕੇ ਤਰ੍ਹਾਂ ਕਰਦੇ ਹਾਂ। Okay, if there is a question which we put already that who is he, I'm just able to answer that he is my brother. I'm just able to answer that he is my cousin or something else. ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਮੀਓ ਦੇ ਉੱਪਰ। ਮੀਓ, ਤੂਓ ਜਾਂ ਸੂਓ। ਮੀਓ ਮਤਲਬ ਹੁੰਦਾ ਹੈ ਮੇਰਾ, ਜਾਨੀ ਕਿ ਮੇਰੇ ਨੂੰ ਅਗਰ ਕਹਿਣਾ ਹੋਵੇ ਮੇਰਾ ਤੇ ਆਪਾਂ ਇਟਾਲੀਅਨ ਭਾਸ਼ਾ ਦੇ ਵਿੱਚ ਬੋਲਾਂਗੇ ਮੀਓ। ਤੂਓ ਮਤਲਬ ਹੁੰਦਾ ਹੈ ਤੇਰਾ, ਜਾਨੀ ਕਿ ਤੂਓ। ਸੂਓ ਮਤਲਬ ਹੁੰਦਾ ਹੈ ਉਸ ਦਾ, ਤਾਂ ਇਟਾਲੀਅਨ ਭਾਸ਼ਾ ਦੇ ਵਿੱਚ ਯੂਜ਼ ਕੀਤਾ ਜਾਂਦਾ ਆ ਸੂਓ, ਜਾਨੀ ਕਿ ਉਸ ਦੀ ਕੋਈ ਚੀਜ਼ ਹੋਵੇ ਜਾਂ ਉਸ ਦਾ ਕੋਈ ਨਾਲ ਰਿਲੇਟਡ ਗੱਲ ਕਰਨੀ ਹੋਵੇ, ਉਸ ਟਾਈਮ ਮੀਓ, ਤੂਓ, ਸੂਓ ਯੂਜ਼ ਕੀਤਾ ਜਾਂਦਾ ਆ। ਸੋ ਇਹਨਾਂ ਦੇ ਉੱਪਰ ਉਦਾਹਰਨਾਂ ਨੇ ਜਿਹੜੀਆਂ ਉਹ ਆਪਾਂ ਬਣਾਉਂਦੇ ਹਾਂ ਜੀ। ਸੋ ਤੂਓ ਦੇ ਨਾਲ ਜਦੋਂ ਆਪਾਂ ਨੂੰ ਕੋਈ ਪੁੱਛਦਾ ਹੈ ਕਿਸ ਤਰੀਕੇ ਤਰ੍ਹਾਂ, ਐਗਜ਼ਾਮਪਲ ਆਪਾਂ ਬਹੁਤ ਹੀ ਸੌਖਾ ਦੇ ਰਹੇ ਹਾਂ। ਜਦੋਂ ਆਪਾਂ ਨੂੰ ਕੋਈ ਪੁੱਛਦਾ ਵੀ ਤੂਓ ਤੁਹਾਡੇ, ਪਾਦਰੇ ਜਾਨੀ ਕਿ ਫਾਦਰ ਸਾਹਿਬ, ਕੁਆਂਤੀ ਮਤਲਬ ਕਿੰਨੀ, ਆਨੀ ਉਮਰ ਆ ਹੈਗੀ ਆ, ਮਤਲਬ ਤੁਹਾਡੇ ਫਾਦਰ ਦੀ ਉਮਰ ਕਿੰਨੀ ਆ। ਆਪਾਂ ਇਟਾਲੀਅਨ ਭਾਸ਼ਾ ਦੇ ਵਿੱਚ ਕਿਸ ਤਰ੍ਹਾਂ ਯੂਜ਼ ਕਰਾਂਗੇ ਤੇ ਕਿਸ ਤਰੀਕੇ ਤਰ੍ਹਾਂ ਬੋਲਾਂਗੇ? ਅਗਰ ਮੈਂ ਹੀ ਦੱਸਣਾ ਹੋਵੇ ਮੀਓ ਮਤਲਬ ਮੇਰੇ, ਪਾਦਰੇ ਜਾਨੀ ਕਿ ਫਾਦਰ, ਆ ਹੈਗੀ ਆ 50 ਆਨੀ, ਵੀ ਮੇਰੇ ਫਾਦਰ ਦੀ ਉਮਰ 50 ਸਾਲ ਦੀ ਆ। ਤੇ ਆਪਾਂ ਜਿਹੜਾ ਲਫ਼ਜ਼ ਤੂਓ ਲਗਾ ਦਿੱਤਾ, ਦੇਖੋ ਜੀ ਤੂਓ ਆ ਗਿਆ ਇੱਥੇ, ਤੇ ਆਪਾਂ ਜਵਾਬ ਦਿੱਤਾ ਕਿਸ ਦੇ ਨਾਲ? ਮੀਓ ਕਹਿ ਕੇ। ਜਦੋਂ ਮੈਨੂੰ ਕੋਈ ਪੁੱਛਦਾ ਹੈ ਵੀ ਤੁਹਾਡੇ ਫਾਦਰ ਦੀ ਉਮਰ ਕਿੰਨੀ ਹੈ, ਤੇ ਉਹ ਮੈਨੂੰ ਪੁੱਛੇਗਾ ਤੂਓ ਪਾਦਰੇ ਕੁਆਂਤੀ ਆਨੀ ਆ, ਤੇ ਮੈਂ ਜਵਾਬ ਮੀਓ ਨੂੰ ਲਗਾ ਕੇ ਦਵਾਂਗਾ। ਮੀਓ ਮਤਲਬ ਮੇਰੇ,
ਪਾਦਰੇ ਮਤਲਬ ਹੁੰਦਾ ਹੈ ਫਾਦਰ, ਆ ਹੈਗੀ ਆ 50 ਮਤਲਬ 50, ਆਨੀ ਮਤਲਬ ਏਜ, ਉਮਰ, ਸਾਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਸੋ ਉਸੇ ਹੀ ਤਰੀਕੇ ਤਰ੍ਹਾਂ ਇੰਗਲਿਸ਼ ਦੇ ਵਿੱਚ ਕਿਸ ਤਰੀਕੇ ਤਰ੍ਹਾਂ ਬੋਲਿਆ ਜਾਵੇਗਾ? Yes, if we are going to talk about tuo in the sense your, and if we have a question in front of us that what's the age of your father, and we are gonna answer it with the help of mio, and we will say that my father's age is 50. ਹੁਣ ਗੱਲ ਕਰਦੇ ਹਾਂ ਆਪਾਂ ਸੂਓ ਦੇ ਉੱਪਰ, ਯਾਨੀ ਕਿ ਸੂਓ ਦੇ ਉੱਪਰ ਸੂਓ ਜਦਾਂ ਲਗਾ ਲਓ ਵੀ ਜਦੋਂ ਦੋ ਜਿਨੇ ਆਪਸ ਦੇ ਵਿੱਚ ਗੱਲ ਕਰ ਰਹੇ ਹੁੰਦੇ ਨੇ ਤੇ ਦੋ ਜਿਨਿਆਂ ਨੇ ਪੁੱਛਣਾ ਆ ਵੀ ਤੀਜੇ ਬੰਦੇ ਦੇ ਬਾਰੇ, ਜਿੱਦਾਂ ਕਿ ਆਪਾਂ ਲੂਈ ਬਾਰੇ ਪੁੱਛਿਆ ਸੀ ਨਾ, ਤੇ ਆਪਾਂ ਕਹਿ ਸਕਦੇ ਹਾਂ ਜਿੱਦਾਂ ਲਗਾ ਲਓ ਵੀ ਇਹ ਆਪਸ ਦੇ ਵਿੱਚ ਦੋਨੋਂ ਬਾਤਚੀਤ ਕਰ ਰਹੇ ਨੇ। ਇਹਨਾਂ ਦੋਨਾਂ ਨੇ ਪੁੱਛਣਾ ਆ ਇਸ ਦੇ ਬਾਰੇ ਵੀ ਇਹ ਕੀ ਕੰਮ ਕਰਦਾ ਹੈ, ਯਾਨੀ ਕਿ ਆਪਾਂ ਦੋਨੋਂ ਜਦੋਂ ਦੋ ਜਿਹਨੇ ਆਪਸ ਵਿੱਚ ਗੱਲ ਕਰ ਰਹੇ ਨੇ ਆਮਣੋ ਸਾਹਮਣੇ, ਤੇ ਉਹਨਾਂ ਨੇ ਤੀਜੇ ਬੰਦੇ ਦੇ ਬਾਰੇ ਪੁੱਛਣਾ ਵੀ ਉਸਦਾ ਬ੍ਰਦਰ ਜਾਂ ਉਸਦਾ ਕਜ਼ਨ ਜਾਂ ਉਸਦਾ ਫਾਦਰ ਜਾਂ ਮੇਲ ਵਾਸਤੇ ਸੂਓ ਯੂਜ਼ ਕਰਨਾ ਹੈ। ਜਦੋਂ ਮੇਲ ਦੀ ਗੱਲ ਕਰਨੀ ਆ ਨਾ ਤਾਂ ਖਾਸ ਤੌਰ ਤੇ ਸੂਓ ਯੂਜ਼ ਕੀਤਾ ਜਾਂਦਾ ਹੈ। ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ, ਤੂਓ ਦੇ ਨਾਲ ਵੀ ਮੇਲ, ਮੀਓ ਦੇ ਨਾਲ ਵੀ ਮੇਲ ਦੀ ਗੱਲ ਹੋਣੀ ਚਾਹੀਦੀ ਹੈ। ਉਦਾਂ ਹੀ ਜਦੋਂ ਸੂਓ ਦੇ ਬਾਰੇ ਗੱਲ ਕਰਨੀ ਆ ਤਾਂ ਵੀ ਆਪਾਂ ਗੱਲ ਸੂਓ ਦੇ ਨਾਲ, ਠੀਕ ਆ ਜੀ, ਸੂਓ ਦੇ ਨਾਲ ਆਪਾਂ ਕਿੱਦਾਂ ਕਵਾਂਗੇ? ਆਪਾਂ ਕਹਾਂਗੇ ਸੂਓ fratello, suo fratello che lavora fa, ਯਾਨੀ ਕਿ ਉਸਦਾ ਬ੍ਰਦਰ ਕੀ ਕੰਮ ਕਰਦਾ ਹੈ। ਤੇ ਇਟਾਲੀਅਨ ਭਾਸ਼ਾ ਦੇ ਵਿੱਚ ਲਿਖਿਆ suo ਮਤਲਬ ਉਸਦਾ, fratello ਮਤਲਬ ਬ੍ਰਦਰ, ਕਿ ਕਿਹੜਾ, lavoro ਕੰਮ, fa ਕਰਦਾ ਆ, ਵੀ ਉਸਦਾ ਬ੍ਰਦਰ ਕੀ ਕੰਮ ਕਰਦਾ ਆ। ਤੇ ਜਵਾਬ ਕਿਸ ਤਰੀਕੇ ਤਰ੍ਹਾਂ ਦੇਣਾ ਚਾਹੀਦਾ? ਅਗਰ ਉਹ ਜਿਹੜਾ ਵੀ ਕੰਮ ਕਰਦਾ ਹੋਵੇਗਾ ਉਹ ਕੰਮ ਲਗਾ ਕੇ ਉਸ ਲਫ਼ਜ਼ ਨੂੰ ਆਪਾਂ ਉਸ ਪੂਰੇ ਦੇ ਪੂਰੀ ਲਾਈਨ ਨੂੰ ਕੰਪਲੀਟ ਕਰਾਂਗੇ। ਜਿੱਦਾਂ ਕਿ ਕਹਿਣਾ ਹੋਵੇ ਵੀ ਉਸਦਾ ਬ੍ਰਦਰ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਹੈ, ਤੇ ਕਿਸ ਤਰੀਕੇ ਤਰ੍ਹਾਂ ਕਿਹਾ ਜਾਵੇਗਾ? suo fratello lavora ਮਤਲਬ ਕੰਮ ਕਰਦਾ ਹੈ, in fabbrica ਯਾਨੀ ਕਿ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਹੈ। suo ਮਤਲਬ ਹੋ ਗਿਆ ਉਹ ਦਾ, ਬ੍ਰਦਰ ਮਤਲਬ ਹੋ ਗਿਆ ਫਰਾਤੈਲੋ, ਲਵੋਰੋ ਮਤਲਬ ਹੋ ਗਿਆ ਕੰਮ, ਇਨ ਮਤਲਬ ਹੋ ਗਿਆ ਵਿੱਚ, ਫਾਬਰਿਕਾ ਮਤਲਬ ਹੋ ਗਿਆ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਆ। Tuo in the sense he's in English language, and if we're gonna question to someone that which work his brother do, for example, we just took that example that which work his brother do, we are just going to give example of a third person, and we will answer that his brother is working in a factory. ਸੋ ਹੁਣ ਆਪਾਂ ਗੱਲ ਕਰਾਂਗੇ ਜਿਹੜੇ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਨੇ ਵੀ ਇਹ ਸਾਡਾ, ਤੁਹਾਡਾ, ਉਹਨਾਂ ਦਾ, ਅਸੀਂ, ਤੁਸੀਂ। ਸੋ ਇਟਾਲੀਅਨ ਭਾਸ਼ਾ ਦੇ ਵਿੱਚ ਕਿੱਦਾਂ ਬੋਲਿਆ ਜਾਵੇਗਾ? ਜਿੱਦਾਂ ਕਿ noi ਮਤਲਬ ਕਿ ਅਸੀਂ, We, voi ਯਾਨੀ ਕਿ ਤੁਸੀਂ, in English we will pronounce that you, loro ਯਾਨੀ ਕਿ ਕਿਹਾ ਜਾਵੇਗਾ ਉਹ, ਜਾਂ ਕੋਈ ਉਹਨਾਂ ਦੇ ਲਈ ਆਪਾਂ ਕੋਈ ਚੀਜ਼ ਜਾਂ ਗੱਲਬਾਤ ਕਰਨੀ ਹੋਵੇ। we will pronounce it in English like they are. ਫਿਰ ਗੱਲ ਕਰਦੇ ਹਾਂ ਨੋਸਤਰੋ। ਨੋਸਤਰੋ ਦਾ ਮਤਲਬ ਹੁੰਦਾ ਸਾਡਾ, ਸਾਡੀ ਚੀਜ਼ ਯਾਨੀ ਕਿ ਸਾਡਾ। It means our. ਵੋਸਤਰੋ, ਵੋਸਤਰੋ ਮਤਲਬ ਹੁੰਦਾ ਹੈ ਤੁਹਾਡਾ। It means yours. ਸੋ ਪਹਿਲਾਂ ਸਰ ਨਾਲ ਗੱਲ ਕਰਦੇ ਹਾਂ ਆਪਾਂ ਨੋਈ
ਤੇ ਵੋਈ ਦੇ ਉੱਪਰ ਦੋਨੋਂ ਹੀ ਸ਼ਬਦਾਂ ਦੇ ਉੱਪਰ ਗੱਲ ਕਰਦੇ ਆ। ਸੋ ਤੁਹਾਨੂੰ ਜਿਵੇਂ ਕਿ ਦੱਸਿਆ ਸੀਗਾ ਪਹਿਲਾਂ, ਨੋਈ ਹੁੰਦਾ ਆ ਅਸੀਂ, ਵੋਈ ਹੁੰਦਾ ਆ ਤੁਸੀਂ। ਇਹਦੇ ਉੱਪਰ ਜਿਹੜਾ ਆਪਾਂ ਉਦਾਹਰਣ ਦੇਵਾਂਗੇ ਤੁਹਾਨੂੰ, ਉਹ ਉਦਾਹਰਣ ਇਹ ਹੋਵੇਗਾ ਵੀ ਤੁਸੀਂ ਦੋਸਤ ਹੋ, ਇਟਾਲੀਅਨ ਭਾਸ਼ਾ ਦੇ ਵਿੱਚ ਕਿੱਦਾਂ ਬੋਲਿਆ ਜਾਵੇਗਾ। ਇਟਾਲੀਅਨ ਭਾਸ਼ਾ ਦੇ ਵਿੱਚ ਬੋਲਿਆ ਜਾਵੇਗਾ ਵੋਈ ਜਾਨੀ ਕਿ ਤੁਸੀਂ, ਸਿਏਤੇ ਹੈਗੇ ਹੋ, ਅਮੀਚੀ, ਅਮੀਚੀ ਮਤਲਬ ਦੋਸਤ, ਫਰੈਂਡਸ। ਸੋ ਇਟਾਲੀਅਨ ਭਾਸ਼ਾ ਦੇ ਵਿੱਚ ਅਗਰ ਕੋਈ ਸਾਨੂੰ ਪੁੱਛਦਾ ਆ ਵੀ ਤੁਸੀਂ ਦੋਸਤ ਹੋ, ਜਾਂ ਜਦੋਂ ਆਪਾਂ 4-5 ਜਣੇ ਖੜੇ ਹੁੰਨੇ ਆ ਤੇ ਕੋਈ ਹੋਰ ਆਣ ਕੇ ਸਾਡੇ ਕੋਲ ਪੁੱਛ ਲੈਂਦਾ ਵੀ ਤੁਸੀਂ ਆਪਸ ਦੇ ਵਿੱਚ ਦੋਸਤ ਹੋ, ਤੁਸੀਂ ਫਰੈਂਡ ਹੋ, ਤਾਂ ਸਾਡੇ ਕੋਲ ਕਿੱਦਾਂ ਪੁੱਛੇਗਾ? ਉਹ ਪੁੱਛੇਗਾ ਵੋਈ, ਕਿਉਂਕਿ ਜਦੋਂ 2 ਤੋਂ 3 ਜਿਨੇ ਖੜੇ ਹੋਣ ਤੇ ਇੱਕ ਜਿਨਾ ਆਣ ਕੇ ਇਹਨਾਂ ਦੇ ਕੋਲੋਂ ਪੁੱਛਦਾ ਆ, ਇਹਨਾਂ ਨੂੰ ਕੀ ਕਹੇਗਾ ਵੀ ਤੁਸੀਂ ਦੋਸਤ ਹੋ। ਇਹਨਾਂ ਦਾ ਜਵਾਬ ਕੀ ਹੋਵੇਗਾ, ਕਿਸ ਤਰੀਕੇ ਤਰ੍ਹਾਂ ਇਹਨਾਂ ਦਾ ਜਵਾਬ ਆ ਜਿਹੜਾ ਉਹ ਹੋਵੇਗਾ? ਇਹਨਾਂ ਦਾ ਜਵਾਬ ਹੋਵੇਗਾ ਸੀ, ਯਾਨੀ ਕਿ ਹਾਂਜੀ ਮਤਲਬ ਯੈਸ, ਨੋਈ ਯਾਨੀ ਕਿ ਅਸੀਂ, ਸਿਆਮੋ ਮਤਲਬ ਹੈਗੇ ਆ, ਆਮੀਚੀ, ਅਮੀਚੀ ਮਤਲਬ ਫਰੈਂਡ। Okay, why in English means you. If we are going to question to someone, we will say that are you friends? You are just able to see in front of you, and we are just able to answer that with the help of noi. We are able to say yes means say in Italian. Yes, we are friends. ਬਾਕੀ ਜੇਕਰ ਆਪਾਂ ਕੋਈ ਫੀਮੇਲ ਜਾਂ ਮੇਲ ਦੇ ਬਾਰੇ ਗੱਲ ਕਰਨੀ ਹੋਏ ਨਾ, ਆ ਚੀਜ਼ ਚੇਂਜ ਹੋ ਜਾਂਦੀ ਹੈ। ਜਿਹਦਾ ਕਾਫੀ ਚੀਜ਼ਾਂ ਨੇ ਇਟਾਲੀਅਨ ਭਾਸ਼ਾ ਦੇ ਵਿੱਚ, ਜਿੱਦਾਂ ਕਾਜ਼ਾ ਆ, ਬਿਚਿਕਲੇਤਾ ਆ, ਸਾਈਕਲ ਆ, ਮਾਕੀਨਾ ਆ, ਇਹਨਾਂ ਦੇ ਵਿੱਚ ਨਾ ਵੀ ਜਿਹੜਾ ਯੂਜ਼ ਆ, ਇਸ ਨੂੰ ਕਿਸ ਦਾ ਨਾਮ ਦਿੱਤਾ ਗਿਆ ਹੈ? ਇਸ ਨੂੰ ਇੱਕ ਨਾਮ ਦਿੱਤਾ ਗਿਆ ਫੇਮੀਨੀਲੇ ਦਾ। ਜਦੋਂ ਵੀ ਆਪਾਂ ਕੋਈ ਫੀਮੇਲ ਦੇ ਚੀਜ਼ ਦੇ ਬਾਰੇ ਗੱਲ ਕਰਨੀ ਹੋਵੇ ਨਾ, ਮਾਸਕੀਲੇ ਇਹ ਫੇਮੀਨੀਲੇ, ਤੇ ਉਸ ਟਾਈਮ ਜੇ ਤਾਂ ਮਸਕੀਲੇ ਆ ਤਾਂ ਆਪਾਂ ਯੂਜ਼ ਕਰਦੇ ਆ ਉਹ, ਜੇਕਰ ਫੇਮੀਨੀਲੇ ਆ ਤਾਂ ਯੂਜ਼ ਕਰਾਂਗੇ ਆਪਾਂ ਇਹ, ਯਾਨੀ ਕਿ ਆ। ਹੁਣ ਆਪਾਂ ਕਹਿਣਾ ਹੋਵੇ ਵੀ ਇਹ ਕਾਰ ਕਿਸ ਤੁਹਾਡੀ ਆ, ਵੀ ਆਹ ਕਾਰ ਆ ਜਿਹੜੀ ਨਾ, ਹੁਣ 2 ਜਿਨੇ ਜਾਂ ਆਪਸ 'ਚ ਆਪਾਂ ਪੁੱਛਣਾ ਹੋਵੇ ਵੀ ਇਹ ਕਾਰ ਤੁਹਾਡੀ ਆ, ਤੇ ਕਿਸ ਤਰੀਕੇ ਤਰ੍ਹਾਂ ਲਿਖਿਆ ਜਾਵੇਗਾ? ਉਹ ਬੋਲੇਗਾ ਕੁਏਸਤਾ ਮਤਲਬ ਆਹ ਵਾਲੀ, ਮਾਕੀਨਾ ਮਤਲਬ ਕਾਰ, ਐ ਵੋਸਤਰਾ ਵੀ ਇਹ ਕਾਰ ਤੁਹਾਡੀ ਆ। ਤਾਂ ਜਿਹੜਾ ਦੂਸਰਾ ਇਨਸਾਨ ਹੋਵੇਗਾ, ਪਰਸਨ ਹੋਵੇਗਾ, ਉਹ ਕਿਸ ਤਰੀਕੇ ਤਰ੍ਹਾਂ ਜਵਾਬ ਦੇਵੇਗਾ ਉਸਦਾ? ਉਹ ਕਹੇਗਾ ਸੀ ਕੁਏਸਤਾ ਮਤਲਬ ਆਹ ਵਾਲੀ, ਕੁਏਸਤਾ ਆਹ ਵਾਲੀ, ਮਾਕੀਨਾ ਮਤਲਬ ਹੁੰਦਾ ਕਾਰ, ਐ ਨੋਸਤਰਾ ਵੀ ਇਹ ਕਾਰ ਸਾਡੀ ਆ। ਉਹਨੇ ਜਵਾਬ ਦਿੱਤਾ ਆ ਸੀ ਤੋਂ ਕਰਕੇ ਸ਼ੁਰੂ ਕਰਨਾ। ਸੀ ਮਤਲਬ ਹੁੰਦਾ ਹੈ ਕੁਏਸਤਾ ਮਤਲਬ ਆਹ ਵਾਲੀ। ਹੁਣ ਹਰ ਇੱਕ ਜਗ੍ਹਾ ਦੇ ਉੱਪਰ ਜੋ ਚੀਜ਼ ਆ ਰਹੀ ਹੈ ਨਾ, ਇਸ ਦੇ ਅੰਦਰ ਫੀਮੇਲ ਦੀ ਆਵਾਜ਼ ਕੱਢ ਰਿਹਾ ਆ, ਕਿਉਂਕਿ ਜੋ ਜਿਸ ਦੀ ਗੱਲ ਕਰ ਰਹੇ ਆ ਨਾ, ਉਹ ਲਫ਼ਜ਼ ਹੀ ਫੇਮੀਨੀਲੇ ਆ। ਫੇਮੀਨੀਲੇ ਤਾਂ ਆ ਕਿਉਂਕਿ ਮਾਕੀਨਾ ਆ। ਸੋ ਆਪਾਂ ਕਿੱਦਾਂ ਬੋਲਾਂਗੇ? ਸੀ ਕੁਏਸਤਾ ਮਾਕੀਨਾ ਐ ਨੋਸਤਰਾ ਵੀ ਇਹ ਕਾਰ ਸਾਡੀ ਆ। ਤੇ ਆਪਾਂ ਇੰਗਲਿਸ਼ ਦੇ ਵਿੱਚ ਕਿੱਦਾਂ ਬੋਲਾਂਗੇ? Okay, if we are going to pronounce it in English language, we will say yours to vostra, which is okay, we will say that which is your current location. There is a question from your, and we have a question in front of us, that is this car is yours? And we will answer that with the help of nostro, that are yes, it's our car. ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਲੋਰੋ ਤੇ। ਲੋਰੋ ਆ ਨਾ ਜਿਹੜਾ, ਆਪਾਂ ਉਹਨਾਂ ਬਾਰੇ ਜਦੋਂ ਆਪਾਂ ਗੱਲ ਕਰਨੀ ਹੋਵੇ ਜਾਂ ਉਹਨਾਂ ਦੀ ਗੱਲ ਕਰਨੀ ਹੋਵੇ, ਜਿੱਦਾਂ ਕਿ ਉਦਾਹਰਨ ਕੀ ਆ, ਆਪਾਂ ਪੁੱਛਣਾ ਵੀ ਉਹਨਾਂ ਦਾ ਕੀ ਹਾਲ ਹੈ, ਉਹ ਜ਼ਿਆਦਾ ਪਰਸਨ ਨੇ, ਯਾਨੀ ਕਿ ਆਪਾਂ ਗੱਲ ਕਰ ਰਹੇ ਹਾਂ 2 ਜਿਨੇ ਆਪਸ 'ਚ ਗੱਲ ਕਰ ਰਹੇ ਨੇ, ਤੇ ਇਹਨਾਂ ਨੇ
ਉਹਨਾਂ ਦੇ ਬਾਰੇ ਗੱਲ ਕਰਨੀ ਹੋਵੇ, ਦੂਜਿਆਂ ਦੇ ਬਾਰੇ ਗੱਲ ਕਰਨੀ ਹੋਵੇ ਤੇ ਆਪਾਂ ਕਹਾਂਗੇ ਲੋਰੋ। ਈਓ ਹੋ ਗਿਆ ਮੈਂ, ਤੂੰ ਹੋ ਗਿਆ ਤੂੰ, ਲੂਈ ਹੋ ਗਿਆ ਆ ਸਿੰਗਲ ਪਰਸਨ। ਆ ਤਿੰਨ ਚੀਜ਼ਾਂ ਹੋ ਗਈਆਂ, ਮੈਂ, ਈਓ, ਤੂੰ, ਲੂਈ ਜਾਂ ਲਈ, ਥਰਡ ਪਰਸਨ ਸਿੰਗਲ। ਫਿਰ ਆਂਦਾ ਨੋਈ ਅਸੀਂ, ਫਿਰ ਆਂਦਾ ਵੋਈ ਤੁਸੀਂ, ਫਿਰ ਆਂਦਾ ਲੋਰੋ ਜਾਨੀ ਕਿ ਉਹ ਜ਼ਿਆਦਾ ਜੀਨਿਆਂ ਵਾਸਤੇ। ਤੇ ਆਪਾਂ ਐਗਜ਼ਾਮਪਲ ਕਿਹੜੀ ਦੇਵਾਂਗੇ ਇਸ ਜਗ੍ਹਾ ਦੇ ਉੱਪਰ? ਆਪਾਂ ਐਗਜ਼ਾਮਪਲ ਦਰਾਵਾਂਗੇ ਇਸ ਜਗ੍ਹਾ ਵੀ ਉਹਨਾਂ ਦਾ ਕੀ ਹਾਲ ਆ, ਤੇ ਕਿੱਦਾਂ ਬੋਲਿਆ ਜਾਵੇਗਾ? ਲੋਰੋ ਜਾਨੀ ਕਿ ਉਹ, ਕੋਮੇ ਸਤਾਨੋ, ਉਹਨਾਂ ਦਾ ਕੀ ਹਾਲ ਆ। ਤੇ ਸਾਹਮਣੇ ਵਾਲਾ ਬੰਦਾ ਪੁੱਛੇਗਾ ਲੋਰੋ ਜਾਨੀ ਕਿ ਦੱਸੇਗਾ ਲੋਰੋ ਸਤਾਨੋ ਬੈਨੇ, ਵੀ ਉਹ ਠੀਕ ਨੇ। ਜਦੋਂ ਆਪਾਂ ਪੁੱਛਦੇ ਆ ਨਾ ਵੀ ਉਹਨਾਂ ਦਾ ਕੀ ਹਾਲ ਆ, ਪੰਜਾਬੀ ਭਾਸ਼ਾ ਦੇ ਵਿੱਚ ਵੀ ਤੇ ਆਪਾਂ ਏਦਾਂ ਹੀ ਕਹਿੰਦੇ ਆ ਵੀ ਉਹਨਾਂ ਦਾ ਕੀ ਹਾਲ ਆ, ਉਹਨਾਂ ਦਾ। ਤੇ ਇਟਾਲੀਅਨ ਭਾਸ਼ਾ ਦੇ ਵਿੱਚ ਕੀ ਇਦਾਂ ਕਵਾਂਗੇ ਆਪਾਂ? ਲੋਰੋ ਕੋਮੇ ਸਤਾਨੋ, ਵੀ ਉਹਨਾਂ ਦਾ ਕੀ ਹਾਲ ਆ। ਜਵਾਬ ਸਾਹਮਣੇ ਵਾਲਾ ਬੰਦਾ ਕਿੱਦਾਂ ਦੇਵੇਗਾ? ਲੋਰੋ ਸਤਾਨੋ ਬੈਨੇ, ਉਹ ਠੀਕ ਨੇ। ਠੀਕ ਆ ਜੀ। ਉਦਾਂ ਹੀ ਇੰਗਲਿਸ਼ ਦੇ ਵਿੱਚ ਕਿੱਦਾਂ ਬੋਲਿਆ? Okay, in English, we will just going to pronounce loro in the sense they or they are. We are able to say that how are they, and we are able to answer that with the help of they or they are, like they are fine. ਸੋ ਹੁਣ ਆਪਾਂ ਗੱਲ ਕਰਾਂਗੇ ਜਿਹੜੇ ਲਫ਼ਜ਼ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ ਪੰਜਾਬੀ, ਇਟਾਲੀਅਨ ਅਤੇ ਇੰਗਲਿਸ਼ ਦੇ ਵਿੱਚ। ਕਿਉਂਕਿ ਕਈ ਵਾਰ ਆਪਾਂ ਨਾ ਕਹਿੰਦੇ ਹੁੰਦੇ ਵੀ ਇਹ ਮੈਨੂੰ ਦੇ ਦੇ, ਇਹ ਉਹਨੂੰ ਦੇ ਦੇ, ਇਹ ਉਸ ਨੂੰ ਦੇ ਦੇ, ਇਹ ਸਾਨੂੰ ਦੇ ਦੇ, ਇਹ ਤੁਹਾਨੂੰ ਦੇ ਦੇਣੇ ਆ। ਸੋ ਸਾਰ ਨਾਲ ਪਹਿਲਾਂ ਗੱਲ ਕਰਦੇ ਆ ਮੈਨੂੰ, ਮੇਰੇ ਬਾਰੇ ਜਾਂ ਤੁਹਾਡੇ ਬਾਰੇ। ਜਿੱਦਾਂ ਕਿ ਬੋਲਣਾ ਹੋਵੇ ਆਮੇ, ਤਾਂ ਪੰਜਾਬੀ ਭਾਸ਼ਾ ਦੇ ਵਿੱਚ ਬੋਲਿਆ ਜਾਂਦਾ ਆ ਮੈਨੂੰ, ਯਾਨੀ ਕਿ ਆ ਚੀਜ਼ ਮੈਨੂੰ ਦੇ ਦੇ। ਤੇ ਜੇਕਰ ਬੋਲਣਾ ਹੋਵੇ ਤੈਨੂੰ, ਤਾਂ ਕਿਸ ਤਰੀਕੇ ਤਰ੍ਹਾਂ ਬੋਲਿਆ ਜਾਵੇਗਾ? ਆ ਤੇ, ਯਾਨੀ ਕਿ ਤੈਨੂੰ। ਤੇ ਇੰਗਲਿਸ਼ ਦੇ ਵਿੱਚ ਕਿਹਦਾ ਐਕਸਪਲੇਨ ਕੀਤਾ ਜਾਵੇਗਾ? Okay, if we are going to pronounce it in English, ame in the sense me, and we are just going to follow one sentence for it, like give this thing to me. And after that, if we are going to talk about ate means you. ਨੈਕਸਟ ਆਪਾਂ ਹੁਣ ਗੱਲ ਕਰਦੇ ਆਂ ਆਪਾਂ ਆ ਲਈ ਤੇ ਆ ਲੂਈ ਦੇ ਬਾਰੇ। ਆ ਲਈ, ਆ ਜਿਹੜਾ ਸ਼ਬਦ ਨਾ ਆ ਲਈ, ਜਿਹਦਾ ਕਹਿਣਾ ਹੋਵੇ ਵੀ ਆ ਪੈਨ ਉਸ ਨੂੰ ਦੇ ਦੇ, ਉਸ ਕੁੜੀ ਨੂੰ ਦੇ ਦੇ ਆ ਪੈਨ। ਤੇ ਆਪਾਂ ਕੀ ਕਹਾਂਗੇ ਵੀ ਆ ਪੈਨ ਜਿਹੜਾ ਆ ਲਈ ਦਾਈ, ਆ ਲਈ ਵੀ ਇਹ ਪੈਨ ਇਹ ਕੁੜੀ ਨੂੰ ਦੇ ਦੇ। ਜਾਂ ਆਪਾਂ ਕਹਿਣਾ ਹੋਵੇ ਕਿ ਉਸ ਮੁੰਡੇ ਨੂੰ ਦੇ ਦੇ, ਮੁੰਡੇ ਲਈ ਯੂਜ਼ ਕੀਤਾ ਜਾਂਦਾ ਆ ਲੂਈ, ਤੇ ਕੁੜੀ ਲਈ ਯੂਜ਼ ਕੀਤਾ ਜਾਂਦਾ ਆ ਲਈ। ਪੰਜਾਬੀ ਦੇ ਵਿੱਚ ਆਪਾਂ ਜ਼ਿਆਦਾਤਰ ਇਹੋ ਕਹਿੰਦੇ ਆ ਵੀ ਉਸ ਨੂੰ ਦੇ ਦੇ। ਤੇ ਜੇਕਰ ਕਹਿਣਾ ਵੀ ਉਸ ਕੁੜੀ ਨੂੰ ਜਾਂ ਉਸ ਮੁੰਡੇ ਨੂੰ ਦੇ ਦੇ, ਤੇ ਆਪਾਂ ਖਾਸ ਤੌਰ ਤੇ ਕਹਿੰਦੇ ਆ ਵੀ ਇਹ ਉਸ ਕੁੜੀ ਨੂੰ ਦੇ ਦੇ। ਤੇ ਇਟਾਲੀਅਨ ਭਾਸ਼ਾ ਦੇ ਵਿੱਚ ਕਹਿਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਜਿਹੜਾ ਲਈ ਆ ਇਹ ਕੁੜੀ ਦੇ ਲਈ ਯੂਜ਼ ਕੀਤਾ ਜਾਂਦਾ ਆ, ਤੇ ਲੂਈ ਯੂਜ਼ ਕੀਤਾ ਜਾਂਦਾ ਹੈ ਮੁੰਡੇ ਦੇ ਲਈ। ਤੇ ਜਦੋਂ ਲੱਗ ਜਾਂਦਾ ਹੈ ਆ ਲੂਈ ਮਤਲਬ ਉਸ ਨੂੰ, ਤੇ ਜਦੋਂ ਕੀਤਾ ਜਾਂਦਾ ਯੂਜ਼ ਆ ਲਈ ਮਤਲਬ ਕੁੜੀ ਦੇ ਲਈ, ਯਾਨੀ ਕਿ ਉਸ ਨੂੰ। ਤੇ ਇੰਗਲਿਸ਼ ਭਾਸ਼ਾ ਦੇ ਵਿੱਚ ਕਿਸ ਤਰੀਕੇ ਤਰ੍ਹਾਂ ਬੋਲਿਆ ਜਾਵੇਗਾ? As our mentor already told you about the female identity or the male identity, a lei we just use for a female identity, like give this pen to her, and a lui we just use for the male identity, that give this pen to him. ਹੁਣ ਗੱਲ ਕਰਾਂਗੇ ਆ ਨੋਈ ਦੇ ਬਾਰੇ। ਆ ਨੋਈ ਮਤਲਬ ਹੁੰਦਾ ਹੈ ਸਾਨੂੰ, ਸਾਨੂੰ ਮਤਲਬ ਹੁੰਦਾ ਹੈ ਆ ਨੋਈ, ਯਾਨੀ ਕਿ ਨੋਈ, ਯਾਨੀ ਕਿ ਆ ਨੋਈ ਯਾਨੀ ਕਿ ਸਾਨੂੰ। ਪਹਿਲਾਂ ਪੜਿਆ ਸੀਗਾ ਕੱਲਾ ਨੋਈ, ਨੋਈ ਹੁੰਦਾ ਅਸੀਂ। ਆ ਨੋਈ, ਆ ਨੋਈ, ਆ ਨੋਈ ਉਦੋਂ ਯੂਜ਼ ਕੀਤਾ ਜਾਂਦਾ ਜਦੋਂ ਸਾਨੂੰ ਦੇ ਬਾਰੇ ਗੱਲ ਕਰਨੀ ਹੋਵੇ।
ਵੀ ਇਹ ਘਰ ਸਾਨੂੰ ਦੇ ਦੇ, ਇਹ ਘਰ ਉਹਨਾਂ ਨੂੰ ਦੇ ਦੇ। ਠੀਕ ਆ ਜੀ। ਆ ਨੋਈ ਤੇ ਆ ਵੋਈ, ਆ ਵੋਈ ਯੂਜ਼ ਕੀਤਾ ਜਾਂਦਾ ਹੈ ਤੁਹਾਨੂੰ ਦੇ ਲਈ ਜਦੋਂ ਜ਼ਿਆਦਾ ਜਿੰਨੇ ਹੋਣ। ਜਦੋਂ ਇੱਕ ਜਿੰਨਾ ਹੁੰਦਾ ਤੇ ਆਪਾਂ ਕੀ ਕਹਿੰਦੇ ਆ, ਅਤੇ ਤੁਹਾਨੂੰ, ਆਪਾਂ ਪੰਜਾਬੀ ਚ ਤੁਹਾਨੂੰ ਹੀ ਕਹਿੰਦੇ ਆ, ਲੇਕਿਨ ਇਟਾਲੀਅਨ ਭਾਸ਼ਾ ਦੇ ਵਿੱਚ ਆ ਤੇ ਕਿਹਾ ਜਾਂਦਾ ਹੈ ਤੈਨੂੰ। ਉਦਾਂ ਹੀ ਇਟਾਲੀਅਨ ਭਾਸ਼ਾ ਦੇ ਵਿੱਚ ਆ ਨੋਈ ਦਾ ਮਤਲਬ ਹੁੰਦਾ ਸਾਨੂੰ, ਆ ਵੋਈ ਦਾ ਮਤਲਬ ਹੁੰਦਾ ਹੈ ਤੁਹਾਨੂੰ। ਤੇ ਇੰਗਲਿਸ਼ ਭਾਸ਼ਾ ਦੇ ਵਿੱਚ ਕਿਸ ਤਰੀਕੇ ਨਾਲ ਯੂਜ਼ ਕੀਤਾ ਜਾਵੇਗਾ? Annoy, we will pronounce it in English like to us, like give this home to us. Avoid in the sense to you. We are just able to greet someone and we are just able to thankful to someone and we will say that thank to you. ਹੁਣ ਆਪਾਂ ਗੱਲ ਕਰਾਂਗੇ ਆ ਲੋਰੋ ਤੇ ਆ ਕੀ ਦੇ ਉੱਪਰ। ਆ ਲੋਰੋ ਮਤਲਬ ਉਹਨਾਂ ਨੂੰ, ਆ ਕੀ ਮਤਲਬ ਹੁੰਦਾ ਕਿਸ ਨੂੰ, ਯਾਨੀ ਕਿ ਆ ਲੋਰੋ। ਸੋ ਇੰਨੀ ਗੱਲ ਤਾਂ ਤੁਹਾਨੂੰ ਪਤਾ ਲੱਗ ਗਈ ਹੋਣੀ ਹੈ ਵੀ ਆ ਉਦੋਂ ਯੂਜ਼ ਕੀਤਾ ਜਾਂਦਾ ਜਦੋਂ ਨੂੰ ਗੱਲ ਕਰਨੀ ਹੋਵੇ। ਮੈਨੂੰ, ਉਸ ਨੂੰ, ਤੈਨੂੰ, ਤੁਹਾਨੂੰ, ਸਾਨੂੰ, ਕਿਸ ਨੂੰ, ਆ ਉਦੋਂ ਯੂਜ਼ ਕਰਨਾ ਹੁੰਦਾ ਆ। ਆ ਲੋਰੋ ਮਤਲਬ ਉਹਨਾਂ ਨੂੰ, ਆ ਕੀ ਕਿਸ ਨੂੰ ਕਹਿਣਾ ਹੋਵੇ। ਐਗਜ਼ਾਮਪਲ ਤੌਰ ਤੇ ਮੈਂ ਇਹ ਪੈਨ ਕਿਸ ਨੂੰ ਦਵਾਂ, ਪੰਜਾਬੀ ਦੇ ਵਿੱਚ ਵੀ ਇਹ ਪੈਨ ਕਿਸ ਨੂੰ ਦਵਾਂ, ਤੇ ਇਟਾਲੀਅਨ ਭਾਸ਼ਾ ਦੇ ਆ ਕੀ ਮਤਲਬ ਕਿਸ ਨੂੰ, ਆ ਕੀ ਕਿਸ ਨੂੰ ਦੋ ਲਾ ਪੈਨ, ਵੀ ਇਹ ਪੈਨ ਕਿਸ ਨੂੰ ਦਵਾਂ। ਤੇ ਮੈਨੂੰ ਸਾਹਮਣੇ ਵਾਲਾ ਬੰਦਾ ਬੋਲੇਗਾ ਵੀ ਇਹ ਪੈਨ ਉਹਨਾਂ ਨੂੰ ਦੇ ਦੇ, ਤੇ ਆਪਾਂ ਕਿੱਦਾਂ ਬੋਲਾਂਗੇ, ਦਾ questa penna lo dai a loro, ਵੀ ਇਹ ਪੈਨ ਉਹਨਾਂ ਨੂੰ ਦੇ ਦੇ। ਸੋ ਆ ਲੋਰੋ ਉਹਨਾਂ ਨੂੰ, ਆ ਕੀ ਕਿਸ ਨੂੰ। ਉਦਾਂ ਹੀ ਇੰਗਲਿਸ਼ ਭਾਸ਼ਾ ਦੇ ਵਿੱਚ ਕਿਸ ਤਰੀਕੇ ਤਰ੍ਹਾਂ ਬੋਲਿਆ ਜਾਵੇਗਾ? Yes, if we are just going to talk about a loro, it means to them in English. And our mentor has just told you about the example, like to whom I need to give this pen. We are just able to answer them like give this pen to them. ਹੁਣ ਗੱਲ ਕਰਾਂਗੇ ਆਪਾਂ ਦਾ ਦੇ ਬਾਰੇ ਤੇ ਦੀ ਦੇ ਬਾਰੇ। ਯਾਨੀ ਕਿ ਦਾ ਤੇ ਦੀ ਕਦੋਂ ਯੂਜ਼ ਕੀਤਾ ਜਾਂਦਾ ਹੈ? ਜਦੋਂ ਮੇਰੇ ਵੱਲੋਂ ਕੋਈ ਕੰਮ ਹੋ ਗਿਆ ਹੋਵੇ ਜਾਂ ਮੇਰੇ ਕੋਲੋਂ ਗਲਤੀ ਹੋ ਗਈ ਹੋਵੇ। ਵੀ ਕਿਸ ਦੇ ਦੁਬਾਰਾ ਹੋਇਆ, ਆਪਾਂ ਕਹਿ ਸਕਦੇ ਹਾਂ ਦਾਮੇ, ਇਹ ਮੇਰੇ ਕੋਲੋਂ ਹੋਇਆ ਆ, ਮੇਥੋਂ। ਤੇ ਮੇਥੋਂ ਕਹਿਣਾ ਹੋਵੇ ਤਾਂ ਆਪਾਂ ਯੂਜ਼ ਕਰਾਂਗੇ ਦਾ, ਮੇ ਮਤਲਬ ਮੇਥੋਂ। ਅਗਰ ਕਹਿਣਾ ਹੋਵੇ ਐਗਜ਼ਾਮਪਲ ਤੌਰ ਤੇ ਵੀ ਇਹ ਗਲਤੀ ਕਿਸ ਦੀ ਸੀਗੀ ਜਾਂ ਇਹ ਪੈਨ ਕਿਸ ਦਾ ਆ, ਆਪਾਂ ਕਹਿ ਸਕਦੇ ਪੈਨ ਉਸ ਦਾ ਆ। ਯਾਨੀ ਕਿ ਜਦੋਂ ਦੋ ਬੰਦੇ ਆਪਸ ਦੀ ਗੱਲ ਕਰ ਰਹੇ ਨੇ, ਕੋਈ ਵੀ ਚੀਜ਼ ਲਗਾ ਲਓ, ਦੀ ਲੂਈ, ਇਹ ਬ੍ਰਦਰ ਕਿਸ ਦਾ ਆ, ਕੋਈ ਵੀ ਚੀਜ਼ ਅਗਰ ਆਪਾਂ ਯੂਜ਼ ਕਰਨੀ ਹੋਵੇ, ਦੀ ਲੂਈ ਯੂਜ਼ ਕੀਤਾ ਜਾਵੇਗਾ ਮੁੰਡੇ ਦੇ ਲਈ, ਦੀ ਲੈ ਯੂਜ਼ ਕੀਤਾ ਜਾਂਦਾ ਹੈ ਕੁੜੀ ਦੇ ਲਈ। ਸੋ ਉਦਾਂ ਹੀ ਇੰਗਲਿਸ਼ ਭਾਸ਼ਾ ਦੇ ਵਿੱਚ Or the same examples we are just going to translate in Punjabi to English, like dame. Dame in English we will say by me. For example, this work is done by me. And Dilui we are just going to pronounce his or him. For example, this is his pen. And delay in the sense her, we are just able to say this is her pen. For female identity we are just using like that. ਸੋ ਇਹ ਸੀਗੀ ਆਪਣੀ ਪਹਿਲੀ ਵੀਡੀਓ ਤੁਹਾਡੇ ਲਈ। ਉਮੀਦ ਕਰਦੇ ਹਾਂ ਸਾਡੇ ਦੁਆਰਾ ਸਮਝਾਈ ਗਈ ਚੀਜ਼ ਤੁਹਾਡੇ ਲਈ ਹੈਲਪਫੁਲ ਹੋਵੇਗੀ। ਸੋ ਓਕੇ ਜੀ, ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ। For your perceptions or appreciation. ਸੋ ਇੱਕ ਨਵੀਂ ਵੀਡੀਓ ਦੇ ਨਾਲ ਜਲਦ ਹੀ ਤੁਹਾਡੇ ਲਾਗੇ ਤੁਹਾਡੇ ਨਾਲ ਵੀਡੀਓ ਲੈ ਕੇ ਪਹੁੰਚਾਂਗੇ। ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਵੱਧ ਤੋਂ ਵੱਧ ਸ਼ੇਅਰ ਕਰੋ। ਜਿਹੜੇ ਦੂਸਰੇ ਵੀਰ ਭੈਣ ਨੇ ਉਹਨਾਂ ਦੇ ਲਈ ਵੀ ਕਾਫੀ ਹੈ ਜਿਹੜੀ ਇਸ ਦੇ ਦੁਬਾਰਾ ਜਿਹੜੀ ਉਹ ਮਦਦ ਮਿਲ ਸਕੇ। ਸੋ ਓਕੇ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।
ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ।